ਸੋ ਲੁਧਿਆਣਾ ਪੰਜਾਬ ਦਾ ਮੰਨਿਆ ਪਰਮੰਨਿਆ ਸ਼ਹਿਰ ਜਿੱਥੇ ਅੱਜ ਪਹੁੰਚਿਆ ਤੁਹਾਨੂੰ ਲੈ ਕੇ। ਸੋ ਲੁਧਿਆਣਾ ਉਹ ਸ਼ਹਿਰ ਜਿੱਥੇ ਹੈ ਜਨਤਾ ਪਾਇਲਸ ਕਲੀਨਿਕ। ਸੋ ਦੋਸਤੋ ਲੁਧਿਆਣਾ ਮਾਡਲ ਟਾਊਨ ਦੇ ਵਿੱਚ ਮੌਜੂਦ ਹਾਂ, ਕ੍ਰਿਸ਼ਨਾ ਮੰਦਿਰ ਦੇ ਬਾਹਰ ਖੜੇ ਹਾਂ, ਜਿੱਥੋਂ ਬਿਲਕੁਲ ਹੀ ਨਜ਼ਦੀਕ ਜਨਤਾ ਪਾਇਲਸ ਕਲੀਨਿਕ ਆ। ਉੱਤਰੀ ਭਾਰਤ ਦਾ ਇੱਕੋ ਇੱਕ ਅਜਿਹਾ ਕਲੀਨਿਕ ਆ ਜਿੱਥੇ ਬਵਾਸੀਰ ਫਿਸ਼ਰ ਭਗੰਦਰ ਦਾ ਜਿਹੜਾ ਇਲਾਜ 10 ਤੋਂ 15 ਮਿੰਟਾਂ ਦੇ ਵਿੱਚ ਕੀਤਾ ਜਾਂਦਾ ਹੈ। ਡਾਕਟਰ ਰਾਹੁਲ ਉਹਨਾਂ ਦੇ ਨਾਲ ਮੁਲਾਕਾਤ ਵੀ ਕਰਵਾਉਣੀ ਹੈ, ਕਿਉਂਕਿ ਅਜਿਹਾ ਕਲੀਨਿਕ ਆ ਜਿੱਥੇ ਬਿਨਾਂ ਦਰਦ ਤੋਂ, ਬਿਨਾਂ ਚੀਰ-ਫਾੜ ਤੋਂ, ਬਿਨਾਂ ਆਪਰੇਸ਼ਨ ਤੋਂ ਜਿਹੜਾ ਇਲਾਜ ਕੀਤਾ ਜਾਂਦਾ। ਸੋ ਆਜੋ ਲੈ ਕੇ ਚੱਲਦੇ ਆ ਜਨਤਾ ਪਾਇਲਸ ਕਲੀਨਿਕ ਦੇ ਵਿੱਚ ਤੇ ਕਰਾਉਂਦੇ ਆ ਡਾਕਟਰ ਰਾਹੁਲ ਉਹਨਾਂ ਦੇ ਨਾਲ ਮੁਲਾਕਾਤ। ਸੋ ਬਿਲਕੁਲ ਦੋਸਤੋ ਜਨਤਾ ਪਾਇਲਸ ਕਲੀਨਿਕ ਦੇ ਬਾਹਰ ਮੌਜੂਦ ਹਾਂ ਹੁਣ ਅਸੀਂ। ਉੱਤਰੀ ਭਾਰਤ ਦਾ ਇੱਕੋ ਇੱਕ ਅਜਿਹਾ ਕਲੀਨਿਕ ਆ ਜਿੱਥੇ ਬਵਾਸੀਰ ਫਿਸ਼ਰ ਭਗੰਦਰ ਦਾ ਜਿਹੜਾ ਇਲਾਜ ਸਿਰਫ 10 ਤੋਂ 15 ਮਿੰਟਾਂ ਦੇ ਵਿੱਚ ਕੀਤਾ ਜਾਂਦਾ ਹੈ। ਸੋ ਰੋਜ਼ਾਨਾ ਇੱਥੋਂ ਕਿੰਨੇ ਪੇਸ਼ੈਂਟ ਠੀਕ ਹੋ ਕੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਬਵਾਸੀਰ ਹੋਵੇ, ਹਰ ਇੱਕ ਬਵਾਸੀਰ ਦਾ ਜਿਹੜਾ ਇਲਾਜ ਇੱਥੇ ਡਾਕਟਰ ਰਾਹੁਲ ਉਹਨਾਂ ਦੇ ਵੱਲੋਂ ਜਰਮਨ ਦੀ ਤਕਨੀਕ ਦੇ ਨਾਲ ਕੀਤਾ ਜਾਂਦਾ ਹੈ। ਸੋ ਅੱਜ ਉਹ ਗੱਲਬਾਤ ਕਰਦੇ ਹਾਂ ਡਾਕਟਰ ਰਾਹੁਲ ਉਹਨਾਂ ਦੇ ਨਾਲ। ਸੋ ਜਾਣਕਾਰੀ ਲੈਂਦੇ ਹਾਂ ਬਵਾਸੀਰ ਫਿਸ਼ਰ ਤੇ ਭਗੰਦਰ ਦੇ ਬਾਰੇ। ਸੋ ਬਿਲਕੁਲ ਦੋਸਤੋ ਜਨਤਾ ਪਾਇਲਸ ਕਲੀਨਿਕ ਦੇ ਵਿੱਚ ਹੁਣ ਅਸੀਂ ਪਹੁੰਚ ਚੁੱਕੇ ਹਾਂ। ਡਾਕਟਰ ਰਾਹੁਲ ਉਹਨਾਂ ਦੇ ਨਾਲ ਗੱਲਬਾਤ ਵੀ ਕਰਵਾਵਾਂਗੇ। ਸੋ ਬਿਲਕੁਲ ਜਿਸ ਤਰ੍ਹਾਂ ਦੱਸਿਆ ਵੀ ਲੁਧਿਆਣੇ ਦਾ ਇੱਕ ਕਹਿ ਦਈਏ ਵੀ ਪੂਰੇ ਪੰਜਾਬ ਦਾ ਜਾਂ ਉੱਤਰੀ ਭਾਰਤ ਦਾ ਮੰਨਿਆ ਪਰਮੰਨਿਆ ਹਸਪਤਾਲ ਆ ਜਿੱਥੇ ਬਵਾਸੀਰ ਫਿਸ਼ਰ ਤੇ ਭਗੰਦਰ ਦਾ ਜਿਹੜਾ ਸਫਲ ਇਲਾਜ ਕੀਤਾ ਜਾਂਦਾ। ਕਿਸ ਤਰ੍ਹਾਂ ਇਲਾਜ ਸੰਭਵ ਹੋਇਆ ਉਹ ਗੱਲਬਾਤ ਕਰਾਂਗੇ ਡਾਕਟਰ ਰਾਹੁਲ ਉਹਨਾਂ ਦੇ ਨਾਲ। ਸਰ ਸਤਿ ਸ਼੍ਰੀ ਅਕਾਲ, ਠੀਕ ਹੋ ਜੀ? ਸਤਿ ਸ਼੍ਰੀ ਅਕਾਲ ਜੀ ਸਭੀ ਕੋ ਮੇਰਾ। ਹਾਂਜੀ ਸਰ, ਜਿਵੇਂ ਅਸੀਂ ਅੱਜ ਪਹੁੰਚੇ ਹਾਂ ਲੁਧਿਆਣਾ ਦੇ ਵਿੱਚ, ਗੱਲਬਾਤ ਪੇਸ਼ੈਂਟਾਂ ਦੇ ਨਾਲ ਵੀ ਕੀਤੀ, ਲੋਕਾਂ ਦੇ ਨਾਲ ਵੀ ਹੋਈ। ਬਵਾਸੀਰ ਦਾ ਮੈਂ ਕਹਿੰਦਾ ਪਹਿਲਾ ਹਸਪਤਾਲ ਬਣ ਚੁੱਕਿਆ ਪੰਜਾਬ ਦਾ ਵੀ ਤੇ ਉੱਤਰੀ ਭਾਰਤ ਦਾ ਵੀ ਜਿੱਥੇ ਸਫਲ ਇਲਾਜ ਹੋ ਰਿਹਾ ਬਵਾਸੀਰ ਦਾ। ਉਹ ਕਿਸ ਤਰ੍ਹਾਂ ਸੰਭਵ ਹੋਇਆ ਫਿਰ ਇੱਥੇ? देखो जी, ये तो लोगों की जनता का हमें प्यार मिलता रहा बराबर में जी। और दूसरी बात हमारा जो ट्रीटमेंट है वो जो हमारे जो टीम वर्क काम करते हैं, हमारे स्पेशलाइजेशन सर्जन डॉक्टर हैं स्पेशलिस्ट, और हमारे यहाँ बिना ऑपरेशन के इलाज होता है। जहाँ भी आप जाएंगे वहाँ पे पेशेंट को एडमिट किया जाता है, चीर फाड़ होती है, काट पीट होती है, टाँके लगते हैं, बिल बनाया जाता है लंबा चौड़ा। हमारे यहाँ वो नहीं है। हमारे यहाँ मात्र एक ओपीडी प्रोसीजर होता है। पेशेंट आता है, 10 मिनट में हम प्रोटोस्कोपी चार्ज करके चेकअप करके, और हमारे यहाँ ठंडी मशीन द्वारा या लेजर द्वारा या शार्प शूटर द्वारा या जर्मन टेक्नोलॉजी द्वारा 15 से 20 मिनट के अंदर इलाज करा के आध घंटा अंडर ऑब्जर्वेशन रखते हैं। उसके बाद पेशेंट को छुट्टी मिल जाती है। ਸਰ ਜਿਵੇਂ ਮੈਂ ਕਹਿੰਦਾ ਰੋਜ਼ਾਨਾ ਇੱਥੋਂ ਕਿੰਨੇ ਪੇਸ਼ੈਂਟ ਠੀਕ ਹੁੰਦੇ ਨੇ? ਜਿਵੇਂ ਗੱਲਬਾਤ ਕੀਤੀ ਪੇਸ਼ੈਂਟ ਦੇ ਨਾਲ, ਕਹਿੰਦੇ ਬਿਨਾਂ ਦਰਦ ਤੋਂ, ਕੋਈ ਚੀਰ ਫਾੜ ਨਹੀਂ ਕੀਤੀ, ਕੋਈ ਆਪਰੇਸ਼ਨ ਨਹੀਂ ਕੀਤਾ, ਫਿਰ ਵੀ ਇਲਾਜ ਹੋ ਗਿਆ ਸਾਡਾ। देखो जी, इसकी तो कोई लिमिट ही नहीं है। हमें खुद ही नहीं पता होता कितना पेशेंट आता है सुबह तक शाम तक। आप देख ही रहे हैं लाइव। हाँ जी ਜੀ ਸਰ, ਜਿਵੇਂ ਕਹਿ ਦਈਏ ਵੀ ਨਾ ਪੇਸ਼ੈਂਟ ਆਉਂਦੇ ਨੇਗੇ, ਕਈ ਘਬਰਾਉਂਦੇ ਨੇ ਇਹ ਚੀਜ਼ ਨੂੰ, ਬਵਾਸੀਰ ਦਾ ਨਾਮ ਸੁਣਦੇ ਨੇ ਤਾਂ ਕਿਤੇ ਮਨ ਦੇ ਵਿੱਚ ਚਿੰਤਾ ਆ ਜਾਂਦੀ ਹੈ। ਇਹ ਚਿੰਤਾ ਦਾ ਵਿਸ਼ਾ ਹੈ ਜਾਂ ਨਹੀਂ? देखो जी, चिंता का विषय बिल्कुल है जी। कुछ पेशेंट ऐसे होते हैं उसको बिल्कुल लाइट लेते हैं बीमारी को। कुछ पेशेंट में जैसे खून आया, खून आके बंद हो जाता है, पेशेंट सोचते हैं मुझे ब्लड आया था, हमारा ब्लड आना बंद हो गया दवाई से, मैं बिल्कुल ठीक हूँ। वही बीमारी फर्स्ट या सेकंड ग्रेड की जो नज़र नहीं आती पेशेंट को, वही कैंसर का रूप ले लेती है। ਜੀ ਮਤਲਬ ਇਹ ਖਤਰਨਾਕ ਬਣ ਸਕਦੀ ਹੈ ਜੇ ਨਾ ਇਹਨੂੰ ਧਿਆਨ ਦਈਏ ਜਾਂ ਇਹਨੂੰ ਇਗਨੋਰ। बिल्कुल बिल्कुल खतरनाक बनती नहीं, बनती है प्रॉपर। हाँ जी। ਜਿਵੇਂ ਨਾ ਇਹਦਾ ਪਤਾ ਕਿਵੇਂ ਲੱਗੂ, ਲੱਛਣ ਪਤਾ ਕਿਵੇਂ ਲੱਗਣਗੇ ਲੋਕਾਂ ਨੂੰ ਵੀ ਬਵਾਸੀਰ ਦੀ ਸਮੱਸਿਆ ਜਿਹੜੀ ਮੈਨੂੰ ਹੋ ਰਹੀ ਹੈ ਜਾਂ ਇਹ ਕੀ? देखो जी, आम तौर में पेशेंट के जो लक्षण जो नज़र आते हैं, गुदा में जलन रहना, दर्द रहना, खून आना, मौके होना या कब्ज होना या खुजली होना, ये बवासीर के लक्षण हैं आमतौर पे। पर सभी पेशेंट में लक्षण जो है अलग अलग नज़र आते हैं। कई बार पेशेंट को क्या होता है, कब्ज की दिक्कत रहती है और कब्ज की दवाई लेता रहता है, कभी आयुर्वेद से, कभी जड़ी बूटियाँ, कभी कुछ लेता रहता है। उससे क्या होता है, ब्लैटिन पतला करने की दवाई देते हैं, पर जो इंटरनल के मौके बन जाते हैं जिसके कारण भी कब्ज रहता है। जी ਸਰ, ਜਿਵੇਂ ਤੁਹਾਡੇ ਕੋਲ ਪੇਸ਼ੈਂਟ ਆਉਂਦਾ ਪਹਿਲਾਂ ਫਿਰ ਉਹਨਾਂ ਦੀ OPD ਵਗੈरह ਕੀਤੀ ਜਾਂਦੀ ਆ ਜਾਂ ਕਿਸ ਤਰ੍ਹਾਂ ਇਲਾਜ ਇੱਥੇ ਫਿਰ ਕੀਤਾ? देखो जी, पेशेंट हमारे पास आता है
आपका अच्छा क्वेश्चन है। पेशेंट को पहले ओपीडी में देखा जाता है, पेशेंट को चेक करके बारे में उसके बारे में प्रॉपर नॉलेज दी जाती है हमारी टीम के द्वारा। प्रेज बताया जाता है, इलाज का खर्चा बताया जाता है, फिर पेशेंट की सहमति से हमारे यहाँ इलाज किया जाता है और बिना किसी ऑपरेशन के इलाज होता है। पर ये संभव नहीं है कि सभी पेशेंट में जर्मन मशीन हो या ठंडी मशीन हो। किसी किसी पेशेंट में शार सूत्र भी किया जाता है, किसी किसी पेशेंट बैंड लैगेशन भी किया जाता है, अकॉर्डिंग टू द डिजीज मैनेज किया जाता है पेशेंट को। हाँ जी, ਮਤਲਬ ਪੇਸ਼ੈਂਟ ਆਊਗਾ ਤਾਂ ਇੱਕ ਵਾਰ ਦੇਖ ਕੇ ਚੈੱਕ ਕਰਕੇ check ਉਹਨਾਂ ਨੂੰ किया ਉਸ ਤਰ੍ਹਾਂ ਦਾ ਇਲਾਜ ਮਿਲੂਗਾ। बिल्कुल बिल्कुल। ਅੱਛਾ, ਕਿਸ ਤਰ੍ਹਾਂ ਦੇ ਫਿਰ ਇਲਾਜ ਨੇਗੇ ਜਾਂ ਕਿੰਨੀ ਕਿਸਮਾਂ ਦੇ ਇਲਾਜ ਇੱਥੇ ਹੁੰਦੇ ਨੇ? देखो जी, हमारे यहाँ बवासीर का, ਜੀ फिशर का, बगंदर का, पाइलोडल साइनस का, रेक्टल पोलैप्स जिसको कांच बोलते हैं, गुदा रोग विशेषज्ञ यानी गुदा से संबंधित हमारे यहाँ स्पेशलाइजेशन डॉक्टर काम करते हैं। ਅੱਛਾ ਸਰ, ਜਿਵੇਂ ਬਵਾਸੀਰ, ਫਿਸ਼ਰ, ਭਗੰਦਰ ਇਹਨਾਂ ਦੇ ਵਿੱਚ ਕੀ ਫਰਕ ਹੁੰਦਾ ਫਿਰ ਕੀ ਸਮੱਸਿਆ ਦੇ ਵਿੱਚ ਕੁਝ? बवासीर में देखो थर्ड ग्रेड में तो जैसे मुख के बाहर आ जाते हैं, हाथ से अंदर करने पड़ते हैं, अपने आप अंदर चले जाते हैं। फोर्थ ग्रेड में मस्से बिल्कुल मुख के बाहर ही आ जाते हैं, पेशेंट किसी को दर्द नहीं होता, जलन उसको नज़रअंदाज करते रहते हैं और बढ़ते बढ़ते को बड़ी बीमारी का रूप ले लेती है। साथ में फिशर जो होता है कब्ज के कारण, गर्म दवाई खाने के कारण, जैसे अब सर्दी का मौसम आ गया है, जोर लगाते हैं, जोर लगाने से गुदा में चीर लग जाता है, जख्म हो जाता है। जितनी बार लैट्रिन जाओगे उतनी बार डीप डीप डीप, उसमें फिर जलन, दर्द, चुवन, मिर्ची लगी रहती है, उसको बोलते हैं फिशर। बगंदर जो होता है, मलद्वार के बाहर फुंसी बनती है, पानी छत पीवर मवाद आता है, कभी आता और कभी बंद हो जाता है। आमतौर पर सोचता है कि पेशेंट अभी मैं ठीक हो गया, पर जितनी बार वो पकता और बनता, पीवर मैल निकलता है, उसमें गंदगी निकलती है, उतना डीप हो जाता है, यानी कि आर पार ट्रैक बन जाता है। ਬਿਲਕੁਲ जी ਸਰ, ਜਿਵੇਂ ਨਾ ਕਈ ਇਹਨੂੰ ਬਵਾਸੀਰ ਦੇ ਨਾਲ ਨਾ ਦੇਸੀ ਦਵਾਈਆਂ ਦੇ ਵਿੱਚ ਵੜ ਜਾਂਦੇ ਨੇ ਜਾਂ ਖੂਨੀ ਆਪਰੇਸ਼ਨ ਦੇ ਵਿੱਚ ਵੜ ਜਾਂਦੇ ਨੇ, ਜਿਹੜਾ ਬਾਰ-ਬਾਰ ਉਹਨਾਂ ਨੂੰ ਸਮੱਸਿਆ ਆਉਂਦੀ ਰਹਿੰਦੀ ਹੈ। देखो जी, पेशेंट ये हमारे पास भी आते हैं, मैं आपके चैनल के माध्यम से हर बार ये कहता हूँ कि मेडिसिन से कोई इलाज नहीं है। मेडिसिन से केवल क्या होता है, पेशेंट के साथ